ਪ੍ਰੋਗਰਾਮ ਖੋਟਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਮੇਰੇ ਨਾਲ ਇਸ ਸਮੇਂ ਹਰਚਰਨ ਗਰੋਵਰ ਜੀ ਜੁੜ ਚੁੱਕੇ ਨੇ ਜਿਹੜੇ ਚਾਰਟਰਡ ਅਕਾਊਂਟੈਂਟ ਨੇ CPA CA ਨੇ ਔਰ ਤੁਹਾਨੂੰ ਅਕਾਊਂਟਿੰਗ ਦੀਆਂ ਸੇਵਾਵਾਂ ਦਿੰਦੇ ਨੇ ਅਤੇ ਨਾਲ ਦੀ ਨਾਲ ਸਾਡਾ ਇਹਨਾਂ ਦੇ ਨਾਲ ਬੜਾ ਵਧੀਆ ਸਾਥ ਰਿਹਾ ਇਸ ਸਾਰੇ COVID-19 ਮਹਾਮਾਰੀ ਦੇ ਦੌਰਾਨ ਜਿੰਨੇ ਵੀ ਬੈਨੀਫਿਟਸ ਜਿਹੜੇ ਅਨਾਊਂਸ ਕੀਤੇ ਜਾਂਦੇ ਸਨ ਸਰਕਾਰ ਤੋਂ ਉਹਨਾਂ ਦੇ ਬਾਰੇ ਬੜਾ ਡਿਟੇਲ ਦੇ ਵਿੱਚ ਇਹ ਸਾਡੇ ਨਾਲ ਸਾਂਝ ਪਾਉਂਦੇ ਰਹੇ ਨੇ ਅਤੇ ਗਾਈਡ ਕਰਦੇ ਰਹੇ ਨੇ ਸਾਡੇ ਸਰੋਤਿਆਂ ਨੂੰ ਕਿ ਕੌਣ ਅਪਲਾਈ ਕਰ ਸਕਦਾ ਹੈ ਕੌਣ ਨਹੀਂ ਅਪਲਾਈ ਕਰ ਸਕਦਾ ਕਿਹਦੇ ਲਈ ਕੀ ਬੈਨੀਫਿਟਸ ਨੇ ਕਿਹਦੇ ਲਈ ਕੀ ਨਹੀਂ ਬੈਨੀਫਿਟਸ। ਇੱਕ ਵਾਰ ਫਿਰ ਸਰਵ ਜਿਹੜਾ ਕਿ ਬਹੁਤ ਚਰਚਿਤ ਬੈਨੀਫਿਟ ਪ੍ਰੋਗਰਾਮ ਹੈ ਕੈਨੇਡੀਅਨ ਗਵਰਨਮੈਂਟ ਦਾ ਉਹ ਦੁਬਾਰਾ ਚਰਚਾ ਦੇ ਵਿੱਚ ਆਇਆ। ਕੱਲ੍ਹ ਪਾਰਲੀਮੈਂਟ ਦੇ ਵਿੱਚ ਕਾਫੀ ਇਸ ਮੁੱਦੇ ਉੱਤੇ ਬਹਿਸ ਹੋਈ ਅਤੇ ਬਾਕੀ ਆਪੋਜੀਸ਼ਨ ਪਾਰਟੀਆਂ ਤੋਂ ਸਮਰਥਨ ਨਹੀਂ ਮਿਲਿਆ ਸਰਕਾਰ ਨੂੰ ਕਿ ਇਹਦੇ ਬਾਰੇ 'ਚ ਥੋੜ੍ਹਾ ਜਿਹਾ ਡਿਟੇਲ ਦੇ 'ਚ ਗੱਲਬਾਤ ਸਾਂਝੀ ਕਰਾਂਗੇ ਕਿ ਕੀ ਪ੍ਰੈਜ਼ੈਂਟ ਸਥਿਤੀ ਹੈ ਸਰਵ ਦੀ ਕੈਨੇਡੀਅਨ ਐਮਰਜੈਂਸੀ ਰਿਸਪੌਂਸ ਬੈਨੀਫਿਟਸ ਦੀ ਔਰ ਉਹਦੇ 'ਚ ਕਿਹਨਾਂ ਨੂੰ ਹੁਣ ਮੋੜਨਾ ਪੈਣਾ ਆ ਕਿੰਨੇ ਕੁ ਲੋਕ ਮੋੜ ਰਹੇ ਨੇ ਅਤੇ ਨਾਲ ਦੀ ਨਾਲ ਕੌਣ ਐਲੀਜੀਬਲ ਹੈਗੇ ਨੇ ਜਿਨ੍ਹਾਂ ਨੂੰ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ। ਗਰੋਵਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਖੋਟਸਰ ਦੇ ਵਿੱਚ। ਥੈਂਕ ਯੂ ਵੈਰੀ ਮਚ ਜਗਦੀਸ਼ ਜੀ। ਮੇਰੀ ਤਰਫੋਂ ਸਾਰੇ ਲਿਸਨਰਸ ਨੂੰ ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਜੀ। ਗੁੱਡ ਮਾਰਨਿੰਗ ਅਤੇ ਸਤਿ ਸ਼੍ਰੀ ਅਕਾਲ ਜੀ। ਗਰੋਵਰ ਸਾਹਿਬ ਇੱਕ ਵਾਰ ਫਿਰ CERB ਬੈਨੀਫਿਟਸ ਨੇ ਜਿਹੜੇ ਇਹ ਦੁਬਾਰਾ ਚਰਚਾ ਦੇ ਵਿੱਚ ਆਏ ਨੇ ਔਰ ਕੱਲ੍ਹ 1,90,000 ਐਪਲੀਕੈਂਟਸ ਦੀ ਗੱਲ ਕੀਤੀ ਗਈ ਹੈ ਕਿ ਉਹਨਾਂ ਨੂੰ ਪੈਸੇ ਮੋੜਨੇ ਹੀ ਪੈਣੇ ਨੇ। ਥੋੜ੍ਹਾ ਜਿਹਾ ਡਿਟੇਲ ਦਿਓ ਇਹਨਾਂ ਦੇ ਵਿੱਚ ਕੌਣ ਆ ਰਹੇ ਨੇ ਇਸ ਸਮੇਂ। ਜੀ ਜਗਦੀਸ਼ ਜੀ, ਮੈਂ ਦੋ ਮੁੱਦਿਆਂ ਉੱਤੇ ਗੱਲ ਕਰਾਂਗਾ। ਇੱਕ ਤੇ ਹੈ ਕਿ ਇੱਕ ਜਿਹੜਾ ਸਰਬ ਦਾ ਬੈਨੀਫਿਟ ਹੈਗਾ ਕਈ ਲੋਕ ਇਹਨੂੰ ਸਰਬ ਵੈਕੇਸ਼ਨ ਵੀ ਕਹਿ ਰਹੇ ਨੇ ਐਕਚੁਅਲੀ ਤੇ ਇੱਕ ਤੇ ਮਤਲਬ ਕਿ ਗੱਲ ਚੱਲ ਰਹੀ ਹੈ ਉਹਦੇ ਉੱਤੇ ਕਿ ਸਰਬ ਨੂੰ ਐਕਸਟੈਂਡ ਕੀਤਾ ਜਾਏ। ਕੁਝ ਪਾਰਟੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸਰਬ ਨੂੰ ਹੋਰ ਅੱਗੇ ਐਕਸਟੈਂਡ ਕੀਤਾ ਜਾਏ ਕਿ ਜਿਵੇਂ ਕਿ ਅੱਜ ਦੀ ਡੇਟ ਵਿੱਚ ਸਰਬ ਜਿਹੜਾ ਹੈਗਾ ਉਹ 16 ਹਫ਼ਤੇ ਦੇ ਲਈ ਸਿਰਫ ਅਵੇਲੇਬਲ ਹੈਗਾ, ਯਾਨੀ ਕਿ ਤੁਸੀਂ 4 ਮਹੀਨੇ ਲਈ ਉਹਨੂੰ 4 ਵਾਰੀ ਅਪਲਾਈ ਕਰ ਸਕਦੇ ਹੈਗੇ ਔਰ ਇਹ ਜਿਹੜਾ ਹੈਗਾ ਅਗਲੇ ਮਹੀਨੇ ਬੰਦ ਹੋ ਜਾਣਾ, ਮਤਲਬ ਉਸ 31 ਜੁਲਾਈ ਤੱਕ ਹੀ ਤੁਸੀਂ ਤੁਹਾਡੀ ਅਵੇਲੇਬਿਲਿਟੀ ਹੈਗੀ ਇਹਦੀ। ਤੇ ਹੁਣ ਇਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਵੀ ਇਹਨੂੰ ਹੋਰ ਅਗਰ ਐਕਸਟੈਂਡ ਕੀਤਾ ਜਾਏ, ਅਗਰ 28 ਹਫ਼ਤਿਆਂ ਨੂੰ ਅਗਰ ਕਰ ਦਿੱਤਾ ਜਾਏ, ਯਾਨੀ ਕਿ ਹੁਣ 16 ਹਫ਼ਤੇ ਹੈਗੇ, 16 ਦੇ ਨਾਲ ਹੋਰ 12 ਹਫ਼ਤੇ ਜਿਹੜਾ ਹੈ ਹੋਰ ਅਗਰ ਇਹਨੂੰ ਐਕਸਟੈਂਡ ਕੀਤਾ ਜਾਏ ਔਰ 31 ਜਨਵਰੀ 2021 ਤੱਕ ਇਹਨੂੰ ਐਕਸਟੈਂਡ ਕਰ ਦਿੱਤਾ ਜਾਏ ਜੀ, ਤਾਂ ਇੱਕ ਕੁਐਸਚਨ ਵੀ ਇਹ ਪੁੱਛਿਆ ਗਿਆ ਕਿ ਵੀ ਇਹਦੇ ਤੇ ਕਿੰਨੀ ਹੋਰ ਕਾਸਟ ਆਉਂਦੀ ਹੈਗੀ ਹੈ ਤੇ ਅਪਰੋਕਸੀਮੇਟਲੀ ਮਤਲਬ 60 ਬਿਲੀਅਨ ਦੀ ਐਡੀਸ਼ਨਲ ਜਿਹੜੀ ਹੈ ਕਾਸਟ ਐਕਸਟੈਂਸ਼ਨ ਦੇ ਨਾਲ ਜਿਹੜੀ ਹੈ ਉਹ ਆਏਗੀ। ਤੇ ਹਾਲਾਂਕਿ ਆਲਰੇਡੀ ਇਹ ਐਕਸਪੈਕਟ ਕੀਤਾ ਜਾ ਰਿਹਾ ਸੀ ਕਿ ਵੀ ਆਲਮੋਸਟ 60 ਬਿਲੀਅਨ ਜਿਹੜਾ ਹੈਗਾ ਜੁਲਾਈ ਤੱਕ ਉਹ ਖਰਚ ਹੋ ਜਾਏਗਾ ਫਰਬ ਦੇ ਬੈਨੀਫਿਟ ਦੇ ਉੱਤੇ, ਯਾਨੀ ਕਿ ਲੋਕਾਂ ਦੀ ਇਨਕਮ ਨੂੰ ਸਪੋਰਟ ਕਰਨ ਦੇ ਲਈ, ਜਦਕਿ ਓਰੀਜਨਲੀ ਇਹਦਾ ਬਜਟ ਜਿਹੜਾ ਸੀ ਸਿਰਫ 35 ਬਿਲੀਅਨ ਦਾ ਹੀ ਰੱਖਿਆ ਗਿਆ ਸੀ ਜੀ। ਹੁਣ ਗਵਰਨਮੈਂਟ ਜਿਹੜੀ ਹੈਗੀ ਹੈ ਕੱਲ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੀ ਹੈਗਾ ਕਿ ਪਾਰਲੀਮੈਂਟ ਵਿੱਚ ਲੈਜਿਸਲੇਸ਼ਨ ਵਗੈਰਾ ਜਿਹੜਾ ਉਹ ਲੈ ਕੇ ਆਏ ਨੇ ਤੇ ਉਹਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਮੇਨ ਜਿਹੜੀਆਂ ਹੈਗੀਆਂ ਗੌਰ ਕਰਨ ਵਾਲੀਆਂ ਹੈਗੀਆਂ। ਇੱਕ ਤੇ ਹੈਗਾ ਕਿ ਕਈ ਲੋਕ ਜਿਨ੍ਹਾਂ ਲਈ ਸਿਰਫ ਐਕਚੁਅਲ ਮਤਲਬ ਕਿ ਇਨਕਮ ਸਪੋਰਟ ਨਾ ਹੋ ਕੇ ਇੱਕ ਵੈਕੇਸ਼ਨ ਹੈਗੀ ਹੈ ਜੀ, ਕਿ ਜਿਨ੍ਹਾਂ ਨੂੰ ਵੀ ਘਰ ਬੈਠੇ ਬੈਠੇ 40 ਘੰਟਿਆਂ ਦੇ ਹਿਸਾਬ ਦੇ ਨਾਲ $12.5 ਪਰ ਆਵਰ ਦੇ ਹਿਸਾਬ ਨਾਲ ਉਹਨਾਂ ਨੂੰ ਵੈਕੇਸ਼ਨ ਦੇ ਪੈਸੇ ਮਿਲਦੇ, ਸਭ ਨੂੰ ਨਹੀਂ ਲੇਕਿਨ ਕਈ ਲੋਕਾਂ ਲਈ ਹੈਗਾ। ਤੇ ਗਵਰਨਮੈਂਟ ਜਿਹੜੀ ਹੈਗੀ ਹੈ ਉਸ ਚੀਜ਼ ਨੂੰ ਖਤਮ ਕਰਨ ਦੇ ਲਈ, ਕਿਉਂਕਿ ਗਵਰਨਮੈਂਟ ਦੀ ਕਾਫੀ ਕ੍ਰਿਟਿਸਿਜ਼ਮ ਹੋ ਰਹੀ ਹੈ ਇਸ ਚੀਜ਼ ਉੱਤੇ ਕਿ ਕਾਫੀ ਲੋਕ ਕੰਮਾਂ ਤੇ ਵਾਪਿਸ ਜਾਣਾ ਹੀ ਨਹੀਂ ਚਾਹੁੰਦੇ ਐਕਚੁਅਲੀ, ਤੇ ਉਸ ਚੀਜ਼ ਨੂੰ ਕਰਨ ਦੇ ਲਈ ਕਿ ਇੱਕ ਲੈਜਿਸਲੇਸ਼ਨ ਉਹ ਲੈ ਕੇ ਆ ਰਹੀ ਸੀ ਕਿ ਵੀ ਜਿਹੜੇ ਬੰਦੇ ਕੰਮ ਤੇ ਨਹੀਂ ਜਾਣਾ ਚਾਹੁੰਦੇ ਔਰ ਜਦੋਂ ਕਿ ਇੰਪਲੋਇਰ ਦੇ ਵੱਲੋਂ ਇੱਕ ਰੀਜ਼ਨੇਬਲ ਆਫਰ ਦਿੱਤੀ ਗਈ ਹੈਗੀ ਹੈ ਜੀ, ਜਾਂ ਉਹ ਉਸ ਆਫਰ ਨੂੰ ਮਤਲਬ ਕਿ ਉਹਨਾਂ ਨੂੰ ਜੌਬ ਆਫਰ ਮਿਲੀ ਹੈਗੀ ਹੈ ਲੇਕਿਨ ਉਹਨੂੰ ਡਿਕਲਾਈਨ ਕਰਦੇ ਹੈਗੇ ਆ, ਮਤਲਬ ਜੌਬ ਆਫਰ ਰੀਜ਼ਨੇਬਲ ਹੋਣੀ ਚਾਹੀਦੀ ਹੈ। ਔਰ ਤੀਜੀ ਸਿਚੁਏਸ਼ਨ ਐਸੀ ਹੈਗੀ ਹੈ ਕਿ ਵੀ ਜਿਹੜੇ ਵਿੱਚ ਸੈਲਫ ਇੰਪਲੋਇਡ ਜਿਹੜੇ ਆਪਣੇ ਊਬਰ ਵਾਲੇ ਹੋ ਗਏ ਜਾਂ ਟੈਕਸੀ ਵਾਲੇ ਹੋ ਗਏ, ਜੋ ਵੀ ਉਹਦੇ ਸੈਲਫ ਇੰਪਲੋਇਡ ਇੰਡੀਵਿਜੂਅਲ ਹੈਗੇ ਆ ਕਿ ਅਗਰ ਉਹ ਵਾਪਿਸ ਕੰਮ ਤੇ ਨਹੀਂ ਆਪਣਾ ਸ਼ੁਰੂ ਕਰਦੇ ਜਦੋਂ ਕਿ ਇਹ ਰੀਜ਼ਨੇਬਲ ਹੈਗਾ ਕਿ ਤੁਸੀਂ ਉਹ ਕੰਮ ਈਜ਼ੀਲੀ ਸ਼ੁਰੂ ਕਰ ਸਕਦੇ ਹੈਗੇ ਹੋ, ਤੇ ਉਹ ਸਭ ਨੂੰ ਕਰਨ ਲਈ ਕੋਈ ਵੀ ਇਸ ਚੀਜ਼ ਨੂੰ ਮਨਾ ਕਰਦਾ ਹੈ ਤਾਂ ਗਵਰਨਮੈਂਟ ਜਿਹੜੀ ਹੈ ਉਹਨਾਂ ਦੀ ਇਨਕਮ ਸਪੋਰਟ ਜਿਹੜੀ ਹੈ ਉਹ ਬੰਦ ਕਰ ਸਕਦੀ ਹੈਗੀ ਹੈ। ਮੈਨੂੰ ਇੱਥੇ ਇੱਕ ਬੜਾ ਇੰਟਰਸਟਿੰਗ ਜਿਹਾ ਸਿਚੁਏਸ਼ਨ ਯਾਦ ਆ ਰਹੀ ਹੈ। ਮੈਨੂੰ ਇੱਕ ਮੇਰੇ ਕਲਾਇੰਟ ਨੇ ਦੱਸਿਆ ਸੀ ਕਿ ਉਹ ਡਾਊਨਟਾਊਨ ਦੀ ਗੱਲ ਹੈਗੀ ਹੈ, ਡਾਊਨਟਾਊਨ ਵਿੱਚ ਸਿਕਿਉਰਿਟੀ ਦਾ ਕੋਈ ਕੰਮ ਕਰ ਰਿਹਾ ਸੀ ਤੇ ਇੱਕ ਲੇਡੀ ਆਈ ਉਹਨਾਂ ਦੇ ਕੋਲ, ਉਹ ਦੱਸ ਰਹੀ ਸੀ ਕਿ ਵੀ ਸਿਕਿਉਰਿਟੀ ਵਾਲੇ ਨੂੰ ਪੁੱਛਿਆ ਗਿਆ ਕਿ ਵੀ ਮੈਂ ਆਲਰੇਡੀ EI ਤੇ ਹੈਗੀ ਆ ਔਰ ਮੈਂ ਸਰਬ ਵੀ ਅਪਲਾਈ ਕਰ ਦਿੱਤਾ ਹੈਗਾ
ਬਟ ਮੈਂ ਵਿਹਲੀ ਸੀ ਤੇ ਮੈਂ ਕੰਮ ਵੀ ਕਰ ਲਿਆ ਤੇ ਮੈਨੂੰ ਇਹ ਚੈੱਕ ਮਿਲ ਗਿਆ ਮੈਨੂੰ ਦੱਸੋ ਕਿ ਇਹ ਚੈੱਕ ਕਿਹੜੇ ਵਾਲੇ ਅਕਾਊਂਟ 'ਚ ਮੈਂ ਜਮ੍ਹਾਂ ਕਰਾਵਾਂ। ਮਤਲਬ ਸਿਕਿਉਰਿਟੀ ਵਾਲੇ ਤੋਂ ਪੁੱਛਿਆ ਜਾ ਰਿਹਾ ਹੈ ਕਿ ਵੀ ਤੁਸੀਂ ਇਹ ਦੱਸੋ ਕਿ ਉਹ ਚੈੱਕ ਕਿਹੜੇ ਵਾਲੇ ਤੇ ਜਮ੍ਹਾਂ ਕਰਾਵਾਂ। ਸੋ EI ਤੇ ਸੀ, ਅਨਪਲਾਇਮੈਂਟ ਬੈਨੀਫਿਟ ਲੈ ਰਹੇ ਸੀ, ਸਰਬ ਵੀ ਅਪਲਾਈ ਕਰ ਲਿਆ ਤੇ ਨਾਲ ਦੀ ਨਾਲ ਕੰਮ ਵੀ ਕਰ ਲਿਆ। ਕਹਿੰਦੀ ਮੈਂ ਖਾਲੀ ਸੀ ਤੇ ਕੰਮ ਵੀ ਕਰ ਲਿਆ ਤੇ ਹੁਣ ਮੈਨੂੰ ਚੈੱਕ ਦੇ ਦਿੱਤਾ ਉਹਨਾਂ ਨੇ ਤੇ ਮੈਂ ਕਿਹੜੇ ਵਾਲੇ ਅਕਾਊਂਟ 'ਚ ਚੈੱਕ ਜਮ੍ਹਾਂ ਕਰਾਵਾਂ। ਐਕਚੁਅਲੀ ਕੰਮ ਵਾਲਿਆਂ ਨੇ ਚੈੱਕ ਦੇ ਦਿੱਤਾ। ਹਾਂਜੀ, ਤੇ ਮੈਂ ਕਿਹੜੇ ਵਾਲੇ ਜਮ੍ਹਾਂ ਕਰਾਵਾਂ ਜੀ। ਅੱਛਾ, ਇਸ ਤੋਂ ਇਲਾਵਾ ਕੀ ਸੀ ਕਿ ਗਵਰਨਮੈਂਟ ਪ੍ਰਧਾਨ ਮੰਤਰੀ ਫੰਡਸ ਦੇ ਵਿੱਚ ਜਾਊਗਾ ਉਹ। ਆਈ ਡੋਂਟ ਨੋ। ਉਹ ਸਿਕਿਉਰਿਟੀ ਵਾਲੇ ਨੇ ਕਿਹਾ ਜੀ ਮੈਨੂੰ ਕੀ ਪਤਾ, ਤੁਸੀਂ ਆਪਣੇ ਆਪ ਜਾ ਕੇ ਜਿੱਥੇ ਜਿਹੜਾ ਤੁਹਾਡਾ ਅਕਾਊਂਟ ਹੈਗਾ ਉਹਦੇ 'ਚ ਜਮ੍ਹਾਂ ਕਰਾਓ। ਐਕਚੁਅਲੀ ਤੇ ਉਹ ਕਿਉਂਕਿ ਬੈਂਕ ਦੇ ਬਾਹਰ ਖੜੇ ਸੀ, ਐਕਚੁਅਲੀ ਸਿਕਿਉਰਿਟੀ ਵਾਲੇ ਉਹਨਾਂ ਦੀ ਡਿਊਟੀ ਬੈਂਕ ਦੇ ਬਾਹਰ ਸੀ ਤੇ ਉਹਨਾਂ ਨੂੰ ਕੁਐਸਚਨ ਕਿਹਾ ਕਿ ਉਹਨਾਂ ਨੂੰ ਪ੍ਰਜ਼ਿਊਮ ਕੀਤਾ ਗਿਆ ਕਿ ਉਹ ਸ਼ਾਇਦ ਬੈਂਕ ਦੇ ਹੀ EMPLOYE ਹੋਏਗੇ। ਜੀ 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 ਜੀ। ਅੱਛਾ, ਤੇ ਜਿਹੜਾ ਹੁਣ ਕੱਲ ਜਿਹੜਾ ਬਿੱਲ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਵਿੱਚ ਇੱਕ ਗਵਰਨਮੈਂਟ ਨੇ ਵੀ ਪ੍ਰਪੋਜ਼ ਕੀਤਾ ਕਿ ਜਿਹੜੇ ਕਿ ਲੋਕ ਫਰਾਡਲੈਂਟਲੀ ਸਰਬ ਦਾ ਬੈਨੀਫਿਟ ਲੈ ਰਹੇ ਹੈਗੇ ਐਕਚੁਅਲੀ ਤੁਸੀਂ ਮੈਂਸ਼ਨ ਕੀਤਾ ਵੀ ਹੈ ਕਿ ਆਲਮੋਸਟ 1,90,000 ਲੋਕਾਂ ਨੇ ਆਲਰੇਡੀ ਵਾਪਿਸ ਕਰ ਦਿੱਤੇ ਹੈਗੇ ਆ। ਜਦੋਂ ਦੀ ਲਾਈਨ ਔਰ ਪਿਛਲੇ ਹਫਤੇ ਅਸੀਂ ਗੱਲ ਵੀ ਕੀਤੀ ਸੀ ਕਿ ਗਵਰਨਮੈਂਟ ਨੇ ਇੱਕ ਨਿਚ ਲਾਈਨ ਵੀ ਨੰਬਰ ਵੀ ਦੇ ਦਿੱਤਾ ਹੈਗਾ ਕਿ ਜਿਹਨੂੰ ਵੀ ਕੋਈ ਅਗਰ ਪਤਾ ਲੱਗਦਾ ਹੈਗਾ ਕਿਸੇ ਨੇ ਗਲਤ ਤਰੀਕੇ ਨਾਲ ਅਪਲਾਈ ਕੀਤਾ ਹੈਗਾ ਤਾਂ ਉਸ ਨੰਬਰ ਤੇ ਉਹ ਕਾਲ ਕਰਕੇ ਰਿਪੋਰਟ ਕਰ ਸਕਦੇ ਹੈਗੇ। ਤੇ 1,90,000 ਬੰਦਿਆਂ ਨੇ ਆਲਰੇਡੀ ਉਹਨੂੰ ਵਾਪਿਸ ਕਰ ਵੀ ਦਿੱਤਾ ਹੈਗਾ ਔਰ ਉਹਦੇ ਵਿੱਚ ਡਬਲ ਡਿਪਿੰਗ ਵਾਲੇ ਵੀ ਹੈਗੇ ਜਿਨ੍ਹਾਂ ਨੂੰ EI ਵੀ ਮਿਲ ਗਈ ਸੀ, ਸਰਬ ਵੀ ਮਿਲ ਗਈ ਸੀ, ਜਾਂ ਕਈ ਲੋਕ ਜਿਹੜੇ ਐਲੀਜੀਬਲ ਨਹੀਂ ਹੁੰਦੇ ਸੀ ਉਹ ਵੀ ਸੀ ਉਹਦੇ ਵਿੱਚ ਕਿ ਜਿਨ੍ਹਾਂ ਨੇ ਅਪਲਾਈ ਕਰ ਦਿੱਤਾ ਸੀ ਐਕਚੁਅਲੀ ਜੀ। ਤੇ ਹੁਣ ਜਿਹੜਾ ਗਵਰਨਮੈਂਟ ਨੇ ਪ੍ਰਪੋਜ਼ ਕੀਤਾ ਹੈਗਾ ਕਿ ਇੱਕ ਫਾਈਨ $5,000 ਦਾ ਫਾਈਨ ਲਗਾਉਣਾ ਹੈਗਾ ਔਰ $5,000 ਤੋਂ ਇਲਾਵਾ ਜਿੰਨਾ ਉਹਨਾਂ ਨੇ ਸਰਬ ਦਾ ਬੈਨੀਫਿਟ ਲਿੱਤਾ ਇਹ ਉਹ ਲੋਕਾਂ ਲਈ ਫਾਈਨ ਲੱਗੇਗਾ ਜਿਹੜੇ ਕਿ ਸਰਬ ਨੂੰ ਫਰਾਡਲੈਂਟਲੀ ਜਿਨ੍ਹਾਂ ਨੇ ਕਲੇਮ ਕੀਤਾ ਹੈਗਾ, ਜਿਨ੍ਹਾਂ ਨੇ ਗਲਤ ਤਰੀਕੇ ਦੇ ਨਾਲ ਕਲੇਮ ਕੀਤਾ ਯਾਨੀ ਕਿ ਉਹ ਐਲੀਜੀਬਲ ਨਹੀਂ ਸੀ। ਮੈਂ ਕਾਫੀ ਕੇਸਿਸ ਵਿੱਚ ਮਤਲਬ ਸੁਣਿਆ ਹੈਗਾ ਇਸ ਚੀਜ਼ ਦੇ ਉੱਤੇ ਕਿ ਕਈ ਲੋਕਾਂ ਨੇ ਕੰਮ ਕੀਤਾ ਹੀ ਨਹੀਂ ਪੂਰੀ ਜ਼ਿੰਦਗੀ ਔਰ ਇਸ ਸਾਲ ਵੀ ਉਹਨਾਂ ਦੀ T4 ਜਿਹੜੀ ਹੈਗੀ ਉਹ ਬਣ ਕੇ ਆ ਗਈ ਜੀ। ਗਰੋਵਰ ਸਾਹਿਬ, ਮੈਂ ਥੋੜਾ ਇੰਟਰਪਟ ਕਰਾਂਗਾ ਤੁਹਾਨੂੰ ਇੱਥੇ, ਅੱਗੇ ਚੱਲ ਕੇ ਮੈਂ ਸਰੋਤਿਆਂ ਤੋਂ ਵੀ ਇਸ ਚੀਜ਼ ਦੇ ਉੱਤੇ ਜ਼ਰੂਰ ਪੁੱਛਣਾ ਚਾਹਾਂਗਾ ਕਿ ਸਰੋਤਾ ਸਾਡਾ ਇਸ ਦੇ ਉੱਤੇ ਇਨਪੁਟ ਪਾਉਣਾ ਚਾਹੇ। ਪਹਿਲਾਂ ਵੀ ਜੇ ਕੋਈ ਫਰਾਡੂਲੈਂਟ ਢੰਗ ਦੇ ਨਾਲ EI ਲੈਂਦਾ ਸੀ ਜਾਂ ਫਿਰ ਵੈਲਫੇਅਰ ਲੈਂਦਾ ਸੀ ਜਾਂ ਫਿਰ ਹੋਰ ਗਵਰਨਮੈਂਟ ਤੇ ਬੈਨੀਫਿਟ ਲੈਂਦਾ ਸੀਗਾ ਧੋਖਾਧੜੀ ਦੇ ਨਾਲ, ਫਰਾਡੂਲੈਂਟ ਢੰਗ ਦੇ ਨਾਲ ਕੋਈ ਪੇਪਰ ਗਲਤ ਬਣਾ ਕੇ ਜਾਂ ਕੁਛ ਵੀ ਕਰਕੇ, ਉਹਦੇ ਲਈ ਸਾਡੇ ਕਾਨੂੰਨ ਦੇ ਵਿੱਚ ਆਲਰੇਡੀ ਦੇਅਰਸ ਇਨਫ ਸਟੈਚੂਜ਼ ਕਿ ਉਹਨਾਂ ਨੂੰ ਕਿਸ ਤਰ੍ਹਾਂ ਸਜ਼ਾ ਦਿੱਤੀ ਜਾਵੇ, ਉਹਨਾਂ ਨੂੰ ਕਿਵੇਂ ਉਸ ਦੀ ਜਿਹੜੀ ਹੈ ਪਨਿਸ਼ਮੈਂਟ ਦਿੱਤੀ ਜਾਵੇ। ਇਹ ਮੌਜੂਦ ਨੇ ਸਾਡੇ ਜਿੰਨੇ ਵੀ ਕਾਨੂੰਨ ਨੇ ਉਹਦੇ ਸਟੈਚੂਜ਼ ਦੇ ਵਿੱਚ ਦੇਅਰਸ ਲੋਟ ਆਫ ਸਟੈਚੂਜ਼ ਫॉर दैट ਕਿ ਵੀ ਕਿੱਦਾਂ ਜਿਹੜੇ ਵੀ ਫਰਾਡੂਲੈਂਟ ਢੰਗ ਦੇ ਨਾਲ ਬੈਨੀਫਿਟਸ ਲੈਂਦੇ ਨੇ ਉਹਨਾਂ ਨੂੰ ਅਸੀਂ ਸਜ਼ਾਵਾਂ ਦੇਣੀਆਂ ਨੇ, ਉਹਨਾਂ ਨੂੰ ਅਸੀਂ ਪੈਨਲਟੀਜ਼ ਲਾਉਣੀਆਂ ਨੇ। ਹੁਣ ਜਦੋਂ ਇਹ ਸਾਰਾ ਕੁਝ ਆਲਰੇਡੀ ਮੌਜੂਦ ਸੀਗਾ ਤੇ ਫਿਰ ਕਿਉਂ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਆਪੋਜੀਸ਼ਨ ਦੇ ਕੋਲੇ ਕਹਿ ਰਹੇ ਸੀ ਕਿ ਨਵਾਂ ਲੈਜਿਸਲੇਸ਼ਨ ਲੈ ਕੇ ਆਉਣਾ, ਅਸੀਂ ਨਵਾਂ ਇੱਕ ਬਿੱਲ ਪਾਸ ਕਰਾਉਣਾ ਕਿ ਜਿਨ੍ਹਾਂ ਨੇ ਇਹ ਗਲਤ ਢੰਗ ਦੇ ਨਾਲ ਪੈਸੇ ਲਏ ਨੇ ਅਸੀਂ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਨੇ, ਅਸੀਂ ਉਹਨਾਂ ਨੂੰ ਜੁਰਮਾਨਾ ਕਰਨਾ ਆ। ਸੋ ਮੇਰਾ ਇਹਦੇ 'ਚ ਇਹ ਸਿੱਟਾ ਕੱਢਿਆ ਹੈ ਕਿ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਸੀ ਵੀ ਆਲਰੇਡੀ ਮੌਜੂਦ ਨੇ, ਜੋ ਤੁਸੀਂ ਕਰਨਾ ਕੁਛ ਕਰੋ, ਇਹ ਸਪੈਸ਼ਲ ਤੁਹਾਨੂੰ ਬਿੱਲ ਲੈ ਕੇ ਆਉਣ ਦੀ ਕੀ ਜ਼ਰੂਰਤ ਹੈ। ਆਲਰੇਡੀ ਇਨਫ ਕਾਨੂੰਨ ਦੇ ਵਿੱਚ ਸਜ਼ਾਵਾਂ ਤੇ ਪੈਨਲਟੀਜ਼ ਦੀ ਗੱਲ ਕੀਤੀ ਗਈ ਹੈ। ਜਿਹੜਾ ਵੀ ਇਸ ਤਰ੍ਹਾਂ ਦਾ ਧੋਖਾਧੜੀ ਕੋਈ ਸਰਕਾਰ ਦੇ ਨਾਲ ਕਰਦਾ ਉਹਦੇ ਲਈ ਆਲਰੇਡੀ ਕਾਨੂੰਨ ਹੈਗੇ ਨੇ। ਇਹ ਹੁਣ ਇਹਦੇ 'ਚ ਸਪੈਸ਼ਲ ਲੈ ਕੇ ਆਉਣ ਦਾ ਮਕਸਦ ਇਹੀ ਸੀਗਾ ਕਿ ਕੰਜ਼ਰਵੇਟਿਵ ਕਹੇ ਨਹੀਂ ਅਸੀਂ ਨਹੀਂ ਇਹਦੇ ਉੱਤੇ ਮੰਨਦੇਗੇ, NDP ਕਹੇ ਅਸੀਂ ਨਹੀਂ ਮੰਨਦੇਗੇ, ਕਿਊਬੈਕ ਨੇ ਵੀ ਜਵਾਬ ਦਿੱਤਾ ਵੀ ਅਸੀਂ ਨਹੀਂ ਮੰਨਦੇ। ਤੇ ਬਾਅਦ ਦੇ ਵਿੱਚ ਜੇ ਕੋਈ ਬਚ ਜਾਂਦੇ ਨੇ ਜਿਨ੍ਹਾਂ ਨੂੰ ਸਜ਼ਾਵਾਂ ਨਹੀਂ ਹੁੰਦੀਆਂ, ਪੈਨਲਟੀ ਨਹੀਂ ਲੱਗਦੀ, ਤਾਂ ਲਿਬਰਲ ਸਰਕਾਰ ਕੋਲੇ ਇੱਕ ਇਹ ਮੁੱਦਾ ਹੋਵੇ ਕਿ ਦੇਖੋ ਜੀ ਅਸੀਂ ਤਾਂ ਕਿਹਾ ਸੀਗਾ ਇਹਨਾਂ ਨੂੰ ਵੀ ਸਜ਼ਾਵਾਂ ਦੇਣੀਆਂ ਚਾਹੀਦੀਆਂ ਨੇ ਔਰ ਇਹਨਾਂ ਨੂੰ ਪੈਨਲਟੀਜ਼ ਹੋਣੀ ਚਾਹੀਦੀ ਹੈ, ਪਰ ਆਪੋਜੀਸ਼ਨ ਨਹੀਂ ਮੰਨੇਗੇ। ਸੋ ਇਸ ਲਈ ਜਿਨ੍ਹਾਂ ਨੂੰ ਮਿਲ ਗਏ ਤਾਂ ਆਪੋਜੀਸ਼ਨ ਨੇ ਸਾਨੂੰ ਇਹ ਕੰਮ ਕਰ ਨਹੀਂ ਦਿੱਤਾਗਾ। ਪਰ ਤੁਹਾਨੂੰ ਵੀ ਪਤਾ ਹੈ ਕਿ ਪਹਿਲਾਂ ਸਾਰੇ ਕਾਨੂੰਨ ਮੌਜੂਦ ਨੇ ਕਿ ਜੇ ਕੋਈ ਗਲਤ ਢੰਗ ਦੇ ਨਾਲ ਪੈਸੇ ਲੈਂਦਾ, ਰਾਈਟ? ਕਿ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜਗਦੀਸ਼ ਜੀ, ਇਸ ਤਰ੍ਹਾਂ ਹੈਗਾ ਕਿ ਕਾਨੂੰਨ ਸਾਰੇ ਹੀ ਮੌਜੂਦ ਹੈਗੇ। ਜਿਵੇਂ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਵਾਂ ਕਿ ਵੀ ਅਗਰ ਸਪੋਜ਼ ਕੋਈ ਫਰਾਡਲੈਂਟਲੀ ਅਗਰ ਆਪਣਾ ਟੈਕਸ ਇਵੇਡ ਕਰਦਾ ਹੈਗਾ ਤੇ ਸਪੋਜ਼ ਕਰੋ ਕਿ ਤੁਸੀਂ ਕੋਈ ਘਰ ਵੇਚਿਆ ਜਾਂ ਤੁਸੀਂ ਉਹਦੇ ਤੇ ਇਨਕਮ ਜਨਰੇਟ ਕੀਤੀ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਨਹੀਂ ਕੀਤੀ, ਹੁਣ ਉਹਦੇ ਤੇ ਸਪੋਜ਼ ਤੁਸੀਂ 50,000 ਦਾ ਟੈਕਸ ਬਚਾ ਲਿਆ ਜੀ,
50,000 ਦੇ ਟੈਕਸ ਦੇ ਉੱਤੇ ਕੀ ਹੁੰਦਾ ਹੈ ਕਿ ਤੁਹਾਨੂੰ ਜਿਹੜੀ ਪੈਨਲਟੀ ਲੱਗਣੀ ਹੈ ਇੱਕ ਗ੍ਰੋਸ ਨੈਗਲੀਜੈਂਸ ਪੈਨਲਟੀ ਹੁੰਦੀ ਹੈ, ਯਾਨੀ 50% ਪੋਰਸ਼ਨ ਜਿੰਨਾ ਤੁਹਾਡਾ ਟੈਕਸ ਆਉਂਦਾ ਉਹ ਲੱਗਦੀ ਹੈਗੀ ਹੈ। ਯਾਨੀ ਅਪ ਟੂ 50% ਤੁਹਾਨੂੰ ਗ੍ਰੋਸ ਨੈਗਲੀਜੈਂਸ ਪੈਨਲਟੀ ਲੱਗਦੀ ਹੈ, 50% ਐਕਸਟਰਾ ਲੱਗਦੀ ਹੈ। ਬਟ ਇਸ ਕੇਸ ਵਿੱਚ ਗਵਰਨਮੈਂਟ ਕੀ ਪ੍ਰਪੋਜ਼ ਕਰ ਰਹੀ ਹੈਗੀ ਹੈ ਕਿ ਉਹ ਡਬਲ ਦੀ ਅਮਾਊਂਟ ਆਫ ਇਨਕਮ ਜਿੰਨਾ ਉਹਨਾਂ ਨੇ ਕਲੇਮ ਕੀਤੀ ਹੈ, ਯਾਨੀ ਅਗਰ ਉਹਨਾਂ ਨੇ 4 ਮਹੀਨਿਆਂ ਦੀ 8,000 ਕਲੇਮ ਕਰ ਲਈ ਹੈਗੀ ਹੈ ਤੇ 8 ਦੂਣੀ 16,000 ਉਹਦੀ ਪੈਨਲਟੀ ਹੈਗੀ ਹੈ, ਪਲੱਸ 5,000 ਦਾ ਫਾਈਨ ਹੈਗਾ, 16 5 21,000 ਹੋ ਗਿਆ। ਔਰ ਇਸ ਤੋਂ ਇਲਾਵਾ ਜਾਂ ਤੁਸੀਂ 5,000 ਜਾਂ 6 ਮਹੀਨੇ ਦੀ ਜਿਹੜੀ ਹੈਗੀ ਹੈ ਜੇਲ੍ਹ ਜਿਹੜੀ ਹੈ ਤੁਹਾਨੂੰ ਇੰਪ੍ਰਿਜ਼ਨਮੈਂਟ ਜਿਹੜੀ ਹੈ ਉਹ ਵੀ ਹੋ ਸਕਦੀ ਹੈ। that is too much, like ਜੇ ਕਿਨੇ $8,000 ਲਿਆ ਤੇ $16,000 ਦੀ ਉਹਦੀ ਪੈਨਲਟੀ ਹੋਗੀ, ਉਹ 5,000 ਦਾ ਫਾਈਨ ਹੈ, 5,000 ਦਾ ਫਾਈਨ ਹੋ ਗਿਆ, 21,000 ਹੋ ਗਿਆ, ਪਲੱਸ 8,000 21,000 ਦੀ ਹੈਗੀ ਹੈ। ਹਾਂਜੀ, ਉਹਦੀ ਕਾਸਟ 21,000 ਦੀ ਪੈਣੀ, 8,000 ਦੇ ਬਦਲਾ ਉਹਨੂੰ 8,000 ਵੀ ਮੋੜਨਾ ਪੈਣਾ। 8,000 ਤਾਂ ਡੈਫੀਨਿਟਲੀ ਮੋੜਨਾ ਪੈਣਾ। ਫਾਈਨ ਐਂਡ ਪੈਨਲਟੀ ਉਹ ਜਿੰਨਾ ਬੈਨੀਫਿਟ ਹੈਗਾ ਉਹ ਅਲੱਗ ਹੈਗਾ ਐਕਚੁਅਲੀ। ਸੋ 8,000 ਵੀ ਮੋੜਨਾ ਪੈਣਾ ਤੇ ਪਲੱਸ 21,000 ਵੀ ਦੇਣਾ ਪੈਣਾ। ਜੇ 21,000 ਨਹੀਂ ਦਿੰਦੇ ਤੇ ਫਿਰ 6 ਮਹੀਨੇ ਦੀ ਸਜ਼ਾ। 6 ਮਹੀਨੇ ਦੀ ਤੁਹਾਨੂੰ ਸਜ਼ਾ ਹੈਗੀ ਇਹਦੇ ਚ। ਇਹ ਤਾਂ ਧੌਣ ਤੇ ਗੋਡਾ ਧਰਤਾ ਫਿਰ ਸਰਕਾਰ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਪਹਿਲਾਂ ਪੰਪ ਲਾਇਆ ਸੀਗਾ ਵੀ ਲੈ ਲਓ ਵੀ ਜਿਹਦਾ ਬੈਠੋ ਆਰਾਮ ਨਾਲ ਟੇਕ ਕੇ ਘਰੇ ਬੈਠੋ ਤੇ ਲੈ ਲਓ। ਇਹਦੇ ਵਿੱਚ ਹੁਣ ਕੰਟਰਾਡਿਕਸ਼ਨ ਕਈ ਲੋਕਾਂ ਦਾ ਕਹਿਣਾ ਹੈਗਾ ਕਿ ਇਹਦੇ ਚ ਆਪਣੇ ਆਪ ਹੀ ਗਵਰਨਮੈਂਟ ਦਾ ਵੀ ਕੰਟਰਾਡਿਕਸ਼ਨ ਹੈਗਾ ਇੱਕ ਤਰੀਕੇ ਨਾਲ। ਹਾਲਾਂਕਿ ਇਹ ਠੀਕ ਹੈਗਾ ਕਿ ਕਈ ਲੋਕ ਮਤਲਬ ਕਿ ਜਾਣਬੁੱਝ ਕੇ ਸਿਸਟਮ ਨੂੰ ਮਿਸਯੂਜ਼ ਕਰ ਰਹੇ ਨੇ, ਲੇਕਿਨ ਕੰਟਰਾਡਿਕਸ਼ਨ ਇਸ ਤਰ੍ਹਾਂ ਹੈਗਾ ਕਿ ਇਨੀਸ਼ੀਅਲੀ ਗਵਰਨਮੈਂਟ ਨੇ ਕੁਝ ਕਲੈਰਿਟੀ ਕਈ ਕੇਸਿਸ ਦੇ ਅੰਦਰ ਨਹੀਂ ਦਿੱਤੀ ਹੈ। ਮੈਨੂੰ ਯਾਦ ਹੈਗਾ ਬੜੇ ਸ਼ੁਰੂ ਵਿੱਚ ਇੱਕ ਮੈਨੂੰ ਭਾਈ ਸਾਹਿਬ ਦਾ ਫੋਨ ਆਇਆ ਸੀ, ਉਹ ਰੀਅਲ ਸਟੇਟ ਦਾ ਕੰਮ ਕਰਦੇ ਸੀ, ਉਹ ਕਹੇ ਕਿ ਰੀਅਲ ਸਟੇਟ ਦਾ ਕੰਮ ਬਿਲਕੁਲ ਬੰਦ ਹੋ ਗਿਆ, ਲੇਕਿਨ ਉਹਨਾਂ ਨੂੰ ਪੈਨਸ਼ਨ ਆਉਂਦੀ ਹੈਗੀ ਐਕਚੁਅਲੀ। ਹੁਣ ਪੈਨਸ਼ਨ ਜਿਹੜੀ ਹੈਗੀ ਹੈ ਹੁਣ ਉਹ ਕਲੈਰਿਟੀ ਨਹੀਂ ਸੀ ਉਹਨਾਂ ਨੂੰ ਕਿ ਪੈਨਸ਼ਨ ਜਿਹੜੀ ਹੈਗੀ ਹੈ ਕਿ ਉਹ ਉਹਨਾਂ ਦੀ ਐਲੀਜੀਬਿਲਿਟੀ ਦੇ ਵਿੱਚ ਕਾਊਂਟ ਹੋਏਗੀ ਜਾਂ ਨਹੀਂ ਹੋਏਗੀ। ਠੀਕ ਹੈ, ਉਹ ਕਾਫੀ ਸਾਰੇ ਲੋਕ ਐਸੇ ਹੈਗੇ ਹੈ ਕਿ ਜਿਨ੍ਹਾਂ ਨੂੰ ਕਲੈਰਿਟੀ ਹੀ ਨਹੀਂ ਸੀ, ਦੇयर ਵਾਸ ਲੈਕ ਆਫ ਕਲੈਰਿਟੀ। ਔਰ ਗਵਰਨਮੈਂਟ ਨੇ ਖੁਦ ਕਿਹਾ ਸੀ ਉਸ ਟਾਈਮ ਦੇ ਉੱਤੇ ਕਿ ਜੇ ਤੁਹਾਨੂੰ ਡਾਊਟ ਹੈਗਾ ਤੁਸੀਂ ਕਲੇਮ ਕਰ ਲਓ, ਬਾਅਦ ਚੋਂ ਉਸ ਚੀਜ਼ ਨੂੰ ਸੌਰਟ ਆਊਟ ਕਰ ਲੈਣਾ। ਤੇ ਉਸ ਚੀਜ਼ ਦਾ ਥੋੜਾ ਜਿਹਾ ਹੁਣ ਕੰਟਰਾਡਿਕਸ਼ਨ ਹੈਗਾ ਕਿ ਜੇ ਹੁਣ ਇੰਨਾ ਮਤਲਬ ਕਿ ਜ਼ਬਰਦਸਤ ਫਾਈਨ ਔਰ ਪੈਨਲਟੀ ਅਗਰ ਫਾਈਨ ਐਂਡ ਪੈਨਲਟੀ ਹੋਣੀ ਚਾਹੀਦੀ ਹੈ ਬਟ ਰੀਜ਼ਨੇਬਲ ਅਮਾਊਂਟ ਹੋਣਾ ਚਾਹੀਦਾ ਉਹਦੇ ਤੇ, ਬਟ 5,000 ਪਲੱਸ 16,000 ਜਾਂ ਫਿਰ ਤੁਸੀਂ 6 ਮੰਥ ਟਰਮ ਜਿਹੜੀ ਹੈਗੀ ਹੈ ਉਹ ਬੇਸਿਕਲੀ ਥੋੜੀ ਜੀ ਐਕਸੈਸਿਵ ਪਾਰਟ ਹੈਗਾ ਇਹਦੇ ਵਿੱਚ, ਕਿਉਂਕਿ ਕਾਫੀ ਲੋਕ ਹੁਣ ਇਸ ਵਾਰੀ ਜਿਹੜੇ ਹੈਗੇ ਕਲੇਮ ਕਰਨ ਤੋਂ ਡਰ ਵੀ ਰਹੇ ਹੈਗੇ ਆ। ਕੱਲ ਮੇਰੇ ਤੋਂ ਇੱਕ ਕਲਾਇੰਟ ਸੀ ਐਕਚੁਅਲੀ, ਉਹ ਮੈਂਸ਼ਨ ਕਰ ਰਹੇ ਸੀ ਕਿ ਉਹ ਸੈਲਫ ਇੰਪਲੋਇਡ ਹੀ ਸੀ, ਉਹਨਾਂ ਦਾ ਕੰਮ ਜਿਹੜਾ ਸੀ ਉਹ ਖਾਸ ਤੌਰ ਤੇ ਅਫੈਕਟਡ ਸੀ ਔਰ ਆਪਣਾ ਟਰੈਵਲ ਇੰਡਸਟਰੀ ਦੇ ਨਾਲ ਉਹ ਸੀ। ਉਹ ਕਹਿੰਦੇ ਕਿ ਅਸੀਂ ਹੁਣ ਕੰਮ ਸ਼ੁਰੂ ਕਰਨਾ ਗਵਰਨਮੈਂਟ ਨੇ ਅਲਾਉ ਕਰਨਾ ਹੈਗਾ ਨੈਕਸਟ ਵੀਕ, ਅਸੀਂ ਫਰਾਈਡੇ ਤੋਂ ਕਰਨਾ ਸੀ, ਲੇਕਿਨ ਹੁਣ ਸਾਨੂੰ ਡਾਊਟ ਹੈਗਾ ਅਸੀਂ ਕਰੀਏ ਨਾ ਕਰੀਏ। ਸੋ ਫਾਰ ਅਸੀਂ ਸਰਬ ਦੇ ਉੱਤੇ ਸੀ, ਸਾਨੂੰ ਥੋੜਾ ਜਿਹਾ ਸਪੋਰਟ ਸੀ, ਹੁਣ ਅਸੀਂ ਉਹਨੂੰ ਡਾਊਟਫੁਲ ਹੈਗੇ ਕਿ ਅਸੀਂ ਉਹਨੂੰ ਕਰੀਏ ਜਾਂ ਨਾ ਕਰੀਏ। ਗਰੋਵਰ ਸਾਹਿਬ, ਸਰਬ ਦੇ ਉੱਤੇ ਇੱਕ ਆਖਰੀ ਕੁਐਸਚਨ ਤੇ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਸਾਨੂੰ ਟੈਕਸ ਦੀਆਂ ਤਰੀਕਾਂ ਜਿਹੜੀਆਂ ਨੇ ਉਹ ਅਪਡੇਟ ਕਰ ਦਿਓ ਥੋੜੀ ਜਿਹੀਆਂ ਕਿ ਸਾਡੇ ਇੱਕ ਵੀਰ ਦਾ ਟੈਕਸਟ ਆਇਆ ਕਿ ਜਿਹੜੇ ਲੋਕ ਟੈਕਸੀ ਚਲਾਉਂਦੇ ਨੇ ਤੇ ਕੈਸ਼ ਦੇ ਉੱਤੇ ਕੰਮ ਕਰਦੇ ਨੇ ਤੇ ਸਰਬ ਦੇ ਲਈ ਵੀ ਅਪਲਾਈ ਕੀਤਾ ਆ ਕਿ ਉਹ ਲੀਗਲ ਹੈ ਕਿ ਜੇ ਕੋਈ ਉਹਨਾਂ ਦੀ ਕੰਪਲੇਂਟ ਕਰਨੀ ਚਾਹੇ ਤੇ ਫਿਰ ਉਹਨਾਂ ਨੂੰ ਵੀ ਵਾਪਸ ਦੇਣੇ ਪੈਣਗੇ ਉਹ? ਦੇਖੋ ਇਸ ਤਰ੍ਹਾਂ ਹੈਗਾ ਕਿ ਜੇ ਕੈਸ਼ ਤੇ ਤੁਸੀਂ ਕੰਮ ਕਰ ਰਹੇ ਹੋ, ਤੁਹਾਡੀ ਇਨਕਮ ਹੈਗੀ ਹੈ, ਗਵਰਨਮੈਂਟ ਨੂੰ ਇਸ ਚੀਜ਼ ਨਾਲ ਕੋਈ ਲੈਣਾ ਨਹੀਂ ਹੁੰਦਾ ਕਿ ਤੁਹਾਡੀ ਇਨਕਮ ਕੈਸ਼ ਦੇ ਉੱਤੇ ਹੈਗੀ ਹੈ ਚੈੱਕ ਦੇ ਉੱਤੇ ਹੈਗੀ ਹੈ। ਇਨਕਮ ਤਾਂ ਇਨਕਮ ਹੀ ਹੈਗੀ ਹੈ ਤੁਹਾਨੂੰ। ਉਹ ਇੱਥੇ ਬੇਸਿਕਲੀ ਕੈਨੇਡਾ ਦੇ ਅੰਦਰ ਕੀ ਹੈਗਾ ਕਿ ਤੁਹਾਡਾ ਇੱਕ ਫੇਅਰ ਇੱਕ ਸੈਲਫ ਅਸੈਸਮੈਂਟ ਸਿਸਟਮ ਹੈਗਾ ਕਿ ਤੁਸੀਂ ਉਹ ਪ੍ਰੀਜ਼ਿਊਮ ਕਰਦੇ ਹੈਗੇ ਕਿ ਤੁਸੀਂ ਇੱਕ ਫੇਅਰਲੀ ਆਪਣੀ ਇਨਕਮ ਨੂੰ ਰਿਪੋਰਟ ਕਰੋਗੇ ਜੀ, ਔਰ ਉਸ ਚੀਜ਼ ਨੂੰ ਅਸਿਊਮ ਕਰਦੇ ਹੈਗੇ। ਔਰ ਡੈਫੀਨੇਟਲੀ ਕੈਸ਼ ਔਰ ਨੋ ਕੈਸ਼ ਦਾ ਕੋਈ ਮਤਲਬ ਨਹੀਂ ਹੈਗਾ, ਇਨਕਮ ਇਜ਼ ਇਨਕਮ। ਤੇ ਉਹ ਤੁਹਾਨੂੰ ਅਗਰ ਇਸ ਚੀਜ਼ ਦਾ ਲੱਗਦਾ ਹੈਗਾ ਜਾਂ ਕਿਸੇ ਦਾ ਲੱਗਦਾ ਕਿ ਗਵਰਨਮੈਂਟ ਨੇ ਆਲਰੇਡੀ ਨੰਬਰ ਰਿਲੀਜ਼ ਕੀਤਾ ਹੋਇਆ ਕਿ ਤੁਸੀਂ ਉਸ ਚੀਜ਼ ਅਗਰ ਕਿਸੇ ਦੀ ਕੰਪਲੇਂਟ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੈਗੇ ਉਸ ਚੀਜ਼ ਜੀ। ਔਲਰਾਈਟ, ਤੇ ਇਸ ਤੋਂ ਇਲਾਵਾ ਟੈਕਸ ਦੇ ਬਾਰੇ ਅਪਡੇਟ ਕਰ ਦਿਓ ਕਿ ਟੈਕਸ ਦੀਆਂ ਤਰੀਕਾਂ ਨੇੜੇ ਆ ਰਹੀਆਂ ਨੇ, 3-4 ਦਿਨ ਰਹਿ ਗਏ ਨੇ ਜੀ। ਜਿਹੜੀ ਡੈਡਲਾਈਨ ਹੈਗੀ ਹੈ ਜੀ 15 ਜੂਨ ਦੀ ਡੈਡਲਾਈਨ ਉਹਨਾਂ ਲੋਕਾਂ ਲਈ ਹੈਗੀ ਹੈ ਕਿ ਜਿਹੜੇ ਕਿ ਸੈਲਫ ਇੰਪਲੋਇਡ ਹੈਗੇ, ਸਪੈਸ਼ਲੀ ਆਪਣੇ ਰੀਅਲਟਰ ਭਰਾ ਹੈਗੇ ਔਰ ਜਿਨ੍ਹਾਂ ਦੀ ਜੋ ਵੀ ਸੈਲਫ ਇੰਪਲੋਇਡ ਹੈਗੇ ਉਹਨਾਂ ਨੂੰ ਆਪਣੀ GST ਦੀ ਰਿਟਰਨ ਔਰ ਆਪਣੀ ਇਨਕਮ ਟੈਕਸ ਦੀ ਰਿਟਰਨ ਜਿਹੜੀ ਹੈਗੀ ਹੈ ਉਹ 15 ਜੂਨ ਤੱਕ ਫਾਈਲ ਕਰਨੀ ਹੈਗੀ। ਹਾਲਾਂਕਿ ਗਵਰਨਮੈਂਟ ਨੇ ਇਹ ਵੀ ਕਿਹਾ ਹੈਗਾ ਕਿ ਜੇ ਤੁਸੀਂ ਟੈਕਸ ਜਿਹੜੀ ਹੈਗੀ ਹੈ ਅਗਰ ਤੁਹਾਡੀ ਟੈਕਸ ਦੀ ਪੇਮੈਂਟ 31 ਅਗਸਤ ਤੱਕ ਤੁਸੀਂ ਕਰ ਦਿੰਦੇ ਹੈਗੇ ਹੋ ਔਰ ਦੂਜਾ ਅਗਰ GST HST ਦੀ ਪੇਮੈਂਟ ਅਗਰ 30 ਜੂਨ ਤੱਕ ਤੁਸੀਂ ਕਰ ਦਿੰਦੇ ਹੈਗੇ ਤਾਂ ਤੁਹਾਨੂੰ ਕੋਈ ਪੈਨਲਟੀ ਵਗੈਰਾ ਉਹਦੇ ਤੇ ਨਹੀਂ ਲੱਗੇਗੀ। ਬਟ ਜਿਹੜੀ ਤੁਹਾਡੀ ਡਿਊ ਡੇਟ ਹੈਗੀ ਹੈ ਉਹਦੇ ਵਿੱਚ ਕੋਈ ਐਕਸਟੈਂਸ਼ਨ ਨਹੀਂ ਹੈਗੀ, 15 ਜੂਨ ਨੂੰ ਹੀ ਆਪਣੀ ਡਿਊ ਡੇਟ ਉਹਦੀ ਹੈਗੀ ਹੈ। ਔਰ ਇਸ ਤੋਂ ਇਲਾਵਾ ਜਿਨ੍ਹਾਂ ਨੇ ਆਪਣੀ ਪੇਰੋਲ ਦੀ ਰੈਮਿਟੈਂਸ ਕਰਨੀ ਹੁੰਦੀ ਹੈ ਉਹ ਵੀ ਜਿਹੜੀ ਹੈ ਮੰਥਲੀ ਪੇਰੋਲ ਰੈਮਿਟੈਂਸ ਜਿਹੜੀ ਹੈਗੀ ਉਹ 15 ਜੂਨ ਦੀ ਉਹਦੀ ਵੀ ਡਿਊ ਡੇਟ ਹੈਗੀ ਹੈ ਜੀ। ਸੈਲਫ ਇੰਪਲੋਇਡ ਦੇ ਲਈ ਜਿਹੜੀ ਹੈਗੀ ਹੈ ਡਿਊ ਡੇਟ 15 ਜੂਨ ਹੈਗੀ ਹੈ ਜੀ।
ਥੈਂਕ ਯੂ ਸੋ ਮਚ ਗਰੋਵਰ ਸਾਹਿਬ। ਹਰਚਰਨ ਗਰੋਵਰ ਜੀ ਦਾ ਮੈਂ ਨੰਬਰ ਦੇ ਦੇਵਾਂ ਤੁਹਾਨੂੰ, ਅਗਰ ਤੁਹਾਨੂੰ ਕੋਈ ਵੀ ਟੈਕਸ ਸੰਬੰਧੀ ਜਾਂ ਫਿਰ ਕਾਊਂਟਿੰਗ ਸੰਬੰਧੀ ਕੋਈ ਵੀ ਸਰਵਿਸ ਦੀ ਜ਼ਰੂਰਤ ਹੈ, ਔਰ 905 247 0193 905 247 0193 905 247 0193 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। 7895 ਟ੍ਰੈਨਮਰ ਡਰਾਈਵ ਯੂਨਿਟ 214 ਨੰਬਰ ਦੇ ਵਿੱਚ ਇਹਨਾਂ ਦਾ ਆਫਿਸ ਸਥਿਤ ਹੈ। ਤੁਸੀਂ ਡੈਰੀ ਤੋਂ ਵੀ ਐਕਸੈਸ ਕਰ ਸਕਦੇ ਹੋ ਜਾਂ ਫਿਰ ਤੁਸੀਂ ਉੱਪਰ ਦੀ ਘੁੰਮ ਕੇ ਟ੍ਰੈਨਮੇਰ ਤੋਂ ਆ ਸਕਦੇ ਹੋ। ਇਸ ਬਿਲਡਿੰਗ ਦੇ ਵਿੱਚ 7895 ਡਿਕਸੀ ਐਂਡ ਡੈਰੀ ਦੇ ਏਰੀਆ ਦੇ ਵਿੱਚ 7895 ਟ੍ਰੈਨਮੇਰ ਡਰਾਈਵ ਯੂਨਿਟ ਨੰਬਰ 214 ਸੈਕੰਡ ਫਲੋਰ ਦੇ ਉੱਤੇ ਇਹਨਾਂ ਦਾ ਆਫਿਸ ਸਥਿਤ ਹੈ। ਹਰਚਰਨ ਗਰੋਵਰ 905 247 0193 905 247 0193 ਇਹਨਾਂ ਨੰਬਰ ਆ। ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਗਰੋਵਰ ਸਾਹਿਬ ਕੁਝ ਹੋਰ ਕਹਿਣਾ ਚਾਹੋ? ਨਹੀਂ, ਬਸ ਇਹੀ ਹੈ ਜੀ। ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਮੈਨੂੰ ਟਾਈਮ ਦੇਣ ਦੇ ਲਈ। ਥੈਂਕ ਯੂ। ਧੰਨਵਾਦ ਜੀ। 905 247 0193